अबू खुदा कुर्बानी का जानवर खरीदना नहायत ही आसान। अहले सांगले हल्के करीबी गाँव बड़े चक नंबर 119 और चुकरू मुगलियां चक नंबर 117 के रोड पर वाक़ सऊदी पलट नौजवान का जिला ननकाना में मुनफरद गोट फार्म का क़याम। आप देख रहे हैं ABC मीडिया सांगला हिल का प्रोग्राम समथिंग स्पेशल और मैं हूं बिलाल मुबशर। मैं आपको इस गोट फार्म के बारे में अहम मालूमात फराहम करते हैं। इस टाइम सर जी साढ़े कोल हैगा 150 जानवर है, जिन्हां विचों साढ़े को देसी ਤੇ ਮੱਖੀ ਚੀਨੀ ਬਰੀਡ ਜਿਹੜੀ ਅਸੀਂ ਹਸਨਪੁਰ ਤੋਂ ਲੈ ਕੇ ਆ ਮਦਰਸਾ ਮੰਡੀ ਤੋਂ, ਤੇ ਸਾਡੇ ਕੋਲ ਦੇਸੀ ਛਤਰੇ ਹੈਗੇ ਨੇ ਤੇ ਕੁਰਬਾਨੀ ਸਾਡਾ ਫਸਟ ਸੀਜ਼ਨ ਹੈਗਾ ਤੇ ਅਸੀਂ ਜਿਹੜਾ ਨਾ ਇਸ ਟਾਈਮ ਪਹਿਲੀ ਦਫਾ ਹੀ ਸੇਲ ਆਊਟ ਕਰਨ ਲੱਗੇ ਹਾਂ ਤੇ ਇਨਸ਼ਾਅੱਲਾ ਬੜਾ ਅੱਛਾ ਰਿਸਪੌਂਸ ਹੈ। ਸਾਡੇ ਜਾਨਵਰ ਬਹੁਤ ਜ਼ਿਆਦਾ ਸ਼ਰ੍ਹਾ ਮਵਾਤ ਵੀ ਤਕਰੀਬਨ 50% ਹੋ ਗਈ ਹੈ। 49 ਕੀ ਸਾਡੇ ਜਾਨਵਰ ਵੀ ਮਰੇ ਨੇ, ਲੇਕਿਨ ਜਿਹੜੇ ਸਾਡੇ ਕੋਲ ਮਾਸ਼ਾਅੱਲਾ ਤੁਸੀਂ ਜਾਨਵਰ ਦੇਖਦੇ ਪਏ ਇਸ ਇਲਾਕੇ ਦੇ ਵਿੱਚ ਪਹਿਲਾ ਗੋਟ ਫਾਰਮ ਹੈ ਡਿਸਟ੍ਰਿਕਟ ਨਨਕਾਣਾ ਦੇ ਅੰਦਰ, ਜਿਹਦੇ ਵਿੱਚ ਤੁਹਾਨੂੰ ਇੰਨੀ ਤਾਦਾਦ ਦੇ ਨਾਲ ਮੱਖੀ ਚੀਨੀ ਬੱਕਰੇ ਤੁਹਾਨੂੰ ਮਿਲ ਜਾਣਗੇ। ਖੁਰਾਕ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ ਸਰ? ਖੁਰਾਕ ਦੇ ਹਵਾਲੇ ਦੇ ਨਾਲ ਸਰ ਅਸੀਂ ਬਾਹਰ ਇਹਨਾਂ ਨੂੰ ਸਬਜ਼ ਪੱਠਾ ਨਹੀਂ ਪਾਉਂਦੇ, ਕਿਉਂਕਿ ਸਬਜ਼ ਪੱਠੇ ਨਾਲ ਗਰੋਥ ਨਹੀਂ ਹੁੰਦੀ। ਲਿਹਾਜ਼ਾ ਮੇਰਾ ਤਾਂ ਪਹਿਲਾ ਤਜਰਬਾ ਹੈਗਾ ਸੀ ਔਰ ਮੇਰੇ ਕੋਲ ਇੱਕ ਡਾਕਟਰ ਸਾਹਿਬ ਆਉਂਦੇ ਨੇ ਲਾਹੌਰ ਤੋਂ, ਆਪਣਾ ਅਮਰੀਕਾ ਤੋਂ ਪੜ੍ਹ ਕੇ ਆਏ ਨੇ, ਉਹਨਾਂ ਨੇ ਹਰ ਹਫ਼ਤੇ ਵਿਜ਼ਿਟ ਕਰਨਾ ਹੁੰਦਾ। ਇੱਕ ਮੇਰੇ ਕੋਲ ਬਾਬਾ ਜੀ ਨੇ ਆਪਣੇ ਇਲਾਕੇ ਦੇ, ਬਾਬਾ ਜੀ ਰਿਆਸਤ ਦੇ ਇਲਾਕੇ ਦੀ ਬੜੀ ਮਸ਼ਹੂਰ ਮਰੂਫ ਸ਼ਖਸੀਅਤ ਤੇ ਉਹਨਾਂ ਨੂੰ ਹਰ ਬੰਦਾ ਹੀ ਜਾਣਦਾ, ਉਹ ਵੀ ਨੇ। ਮੈਂ ਸਬਜ਼ ਚਾਰਾ ਨਹੀਂ ਪਾਉਂਦਾ ਕਿਉਂਕਿ ਸਬਜ਼ ਚਾਰੇ ਨਾਲ ਜਾਨਵਰ ਦੀ ਗਰੋਥ ਨਹੀਂ ਹੁੰਦੀ। ਅਸੀਂ ਇਹਨਾਂ ਵਾਸਤੇ 1 ਸਾਲ ਦੀ ਉਹ ਪਿੱਛੇ ਤੁਸੀਂ ਦੇਖੋ ਤੂੜੀ ਅਸੀਂ ਲਾਈ ਹੈ ਇਹਨਾਂ ਜਾਨਵਰਾਂ ਵਾਸਤੇ। ਉਸ ਤੋਂ ਬਾਅਦ ਸਾਡੇ ਕੋਲ ਅੰਦਰ ਰਾਈਸ ਪਾਲਿਸ਼ ਲੱਗੀ ਹੈ, ਉਸ ਤੋਂ ਬਾਅਦ ਸਾਡੇ ਕੋਲ ਕਣਕ ਅੰਦਰ ਲੱਗੀ ਹੈਗੀ ਹੈ, ਮਕਈ ਅੰਦਰ ਲੱਗੀ ਹੈਗੀ ਹੈ, ਔਰ ਉਸ ਤੋਂ ਬਾਅਦ ਅਸੀਂ ਮੁਖਤਾਰ ਫੀਡ ਜਿਹੜੀ ਅਸੀਂ ਉਹ ਪਾ ਰਹੇ ਹੈਗੇ ਵਾ। ਅਤੇ ਅਸੀਂ ਉਹ ਸਬਜ਼ ਚਾਰਾ ਪਿੱਛੇ ਅਸੀਂ ਜਿਹੜਾ ਹੁਣ ਯੂਜ਼ ਕਰਨ ਲੱਗੇ ਹਾਂ ਉਹ ਸਾਡੇ ਕੋਲ ਜੈਂਤਰ ਹੈਗਾ ਜੀ। ਜੈਂਤਰ ਅਸੀਂ ਮਾਸ਼ਾਅੱਲਾ 5 ਕਿੱਲੇ ਬੀਜੇ ਨੇ, ਨਾਲ ਹੀ ਤੁਹਾਨੂੰ ਦਿਖਾਇਆ ਹੈਗਾ, ਅਤੇ ਉਹ ਅਸੀਂ ਇਹਨਾਂ ਨੂੰ ਸਟਾਰਟ ਕਰ ਦਿੱਤਾ ਹੈ। ਅਤੇ ਅਸੀਂ ਅਲਹਮਦੁਲਿਲਾ ਨੈਕਸਟ ਟਾਈਮ ਜਿਹੜਾ ਸਾਡਾ ਇਹ ਪ੍ਰੋਜੈਕਟ ਹੈਗਾ ਕਿ ਅਸੀਂ 1000 ਜਾਨਵਰ ਜਿਹੜਾ ਨਾ ਆਪਣੇ ਫਾਰਮ ਦੇ ਉੱਤੇ ਘਰ ਦਾ ਤਿਆਰ ਕਰਕੇ ਬਰੀਡ ਡਿਸਟ੍ਰਿਕਟ ਨਨਕਾਣਾ ਸ਼ਹਿਰ ਸਿਟੀ ਸਾਂਗਲਾ ਦੇ ਵਿੱਚ ਅਸੀਂ ਸੇਲ ਆਊਟ ਕਰੀਏ। ਅਤੇ ਅਲਹਮਦੁਲਿਲਾ ਬੜਾ ਅੱਛਾ ਰਿਸਪੌਂਸ ਹੈ ਸਾਡੇ। ਹੁਣ ਤੱਕ ਕੋਈ 25 ਸਾਡੇ ਜਾਨਵਰ ਜਿਹੜੇ ਨੇ ਨਾ ਅਸੀਂ ਸੇਲ ਆਊਟ ਕਰ ਚੁੱਕੇ ਹਾਂ। ਅਤੇ ਅਸੀਂ ਜਿਹੜਾ ਸੇਲ ਆਊਟ ਕਰਨ ਦਾ ਸਾਡਾ ਤਰੀਕੇਕਾਰ ਹੈ, ਅਸੀਂ ਥੋੜ੍ਹਾ ਜਿਹਾ ਟਰੈਂਡ ਇੱਕ ਲੈ ਕੇ ਆਏ ਹਾਂ ਦੁਨੀਆ ਵਾਸਤੇ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਇੱਕ ਮਾੜਾ ਬੰਦਾ ਹੈ ਉਹਦੇ ਕੋਲ ਯਕਦਮ ਪੈਸੇ ਨਹੀਂ ਹੈਗੇ ਅਤੇ ਉਹ ਸਾਡੇ ਕੋਲ ਕਿਸ਼ਤਾਂ ਦੇ ਵਿੱਚ ਵੀ ਲੈ ਜਾਵੇ, ਲੇਕਿਨ ਅਸੀਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਿਸ਼ਤਾਂ ਵਾਲਾ ਕੰਮ ਇਹ ਸੂਦ ਦੇ ਆਪਣਾ ਨਜ਼ਰੀਏ ਦੇ ਵਿੱਚ ਆਉਂਦਾ ਹੈ। ਲਿਹਾਜ਼ਾ ਮੈਂ ਸੂਦ ਦਾ ਨਹੀਂ ਦੇਵਾਂਗਾ। ਸਭ ਤੋਂ ਪਹਿਲੇ ਬੰਦਾ ਇੱਥੇ ਆਵੇ, ਆਪਣਾ ਬੱਕਰਾ ਪਸੰਦ ਕਰੇ, ਸਾਡੇ ਨਾਲ ਰੇਟ ਫਾਈਨਲ ਕਰੇ। ਹਾਂ, ਸਾਡੇ ਕੋਲ ਅਗਰ ਕਿਸੇ ਨੇ ਤੋਲ ਕੇ ਲੈਣਾ ਤਾਂ ਅਸੀਂ ਵਜ਼ਨ ਦੇ ਹਿਸਾਬ ਨਾਲ ਵੀ ਬੱਕਰਾ ਦਿੰਦੇ ਹਾਂ। ਅਗਰ ਕਿਸੇ ਨੇ ਵੈਸੇ ਹੀ ਕਰਨਾ ਉਹ ਸਾਡੇ ਨਾਲ ਵਜ਼ਨ ਕਰ ਲਵੇ, ਸੌਦਾ ਕਰ ਲਵੇ। ਉਸ ਤੋਂ ਬਾਅਦ ਅਗਰ ਉਹਨੇ ਕਿਸ਼ਤਾਂ ਦੇ ਪੈਸੇ ਪੇ ਕਰਨੇ ਹੋਣ ਤਾਂ ਕਿਸ਼ਤਾਂ ਦੇ ਦੇਵੇ। ਕਿਸ਼ਤ ਇਹ ਹੈਗੀ ਹੈ ਕਿ 3 ਅਸੀਂ ਕਿਸ਼ਤਾਂ ਕਰਾਂਗੇ, ਇੱਕ ਸਾਨੂੰ ਹੁਣ ਦੇ ਦੇਵੇ, ਇੱਕ ਸੈਂਟਰ ਵੀ ਦੇ ਦੇਵੇ, ਇੱਕ ਜਿਸ ਦਿਨ ਉਹਨੇ ਬੱਕਰਾ ਖੜਨਾ ਉਸ ਦਿਨ ਦੇ ਦੇਵੇ। ਦੂਸਰਾ ਸਾਡੇ ਕੋਲ ਇਹ ਪਲੱਸ ਪੁਆਇੰਟ ਹੈਗਾ ਕਿ ਅਗਰ ਕੋਈ ਬੰਦਾ ਯਕਮੁਸ਼ਤ ਨਹੀਂ ਪੈਸੇ ਦੇ ਸਕਦਾ ਉਹ ਸਾਨੂੰ 10% ਪੈਸੇ ਦੇ ਦੇਵੇ ਅਤੇ ਆਪਣਾ ਬੱਕਰਾ ਬੁਕਿੰਗ ਕਰਵਾ ਲਵੇ, ਕਿਉਂਕਿ ਸਾਡੇ ਹਰ ਬੱਕਰੇ ਦੇ ਕੰਨ ਉੱਤੇ ਟੈਗ ਲੱਗਾ ਬੱਟੀ ਗੋਟ ਐਂਡ ਪੋਲਟਰੀ ਫਾਰਮ ਦਾ। ਅਗਰ ਤੀਸਰਾ ਵੀ ਹੈਗਾ ਕਿ ਉਹ ਯਕਮੁਸ਼ਤੀ ਪੈਸੇ ਦੇ ਕੇ ਤੇ ਆਪਣਾ ਲੈ ਕੇ ਜਾ ਸਕਦਾ ਹੈਗਾ, ਜਿਸ ਤਰ੍ਹਾਂ ਕਿਸੇ ਬੰਦੇ ਨੂੰ ਅਵੇਲੇਬਲ ਹੈ, ਕਿਉਂਕਿ ਇਹ ਕੁਰਬਾਨੀ ਹੈ ਅਤੇ ਕੁਰਬਾਨੀ ਅੱਲਾ ਦੀ ਰਾਹ ਵਿੱਚ ਹੈਗੀ ਹੈ। ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਵੀ ਬੰਦਾ ਕੁਰਬਾਨੀ ਨੂੰ ਅਸੀਂ ਬੜੀ ਈਜ਼ੀਲੀ ਆਸਾਨ ਲੋਕਾਂ ਵਾਸਤੇ ਬਣਾਉਣਾ ਚਾਹ ਰਹੇ ਹਾਂ। ਉਹ ਸਾਡੇ ਕੋਲ ਇਸ ਟਾਈਮ ਜਿਹੜੇ ਜਾਨਵਰ ਨੇ ਮੱਖੀ ਜੀ ਨੇ ਮਾਸ਼ਾਅੱਲਾ 60-70 ਯਾਨੀ ਕਿ 40+ ਸਾਡੇ ਕੋਲ ਜਿਹੜੇ ਵੇਟ ਹੈ ਨਾ 40+ ਹੈਗਾ, 70-80 kg ਤੱਕ ਵੀ ਸਾਡੇ ਕੋਲ ਜਾਨਵਰ ਨੇ। ਛਤਰੇ ਸਾਡੇ ਕੋਲ ਮਾਸ਼ਾਅੱਲਾ ਜਿਹੜੇ ਨੇ ਉਹ ਮਨ ਤੋਂ ਲਾ ਕੇ 60 ਕਿਲੋ ਤੱਕ ਨੇ, ਲੇਕਿਨ ਛਤਰੇ ਜਿਹੜੇ ਨੇ ਉਹ ਸਾਡੇ ਕੋਲ ਆਪਣੇ ਹੀ ਇਲਾਕੇ ਦੇ ਨੇ। ਅਤੇ ਨੈਕਸਟ ਟਾਈਮ ਇਨਸ਼ਾਅੱਲਾ ਅਸੀਂ ਜਿਹੜਾ ਆਪਣਾ 1200 ਸਾਡੇ ਕੋਲ ਜਿੰਨੀ ਫਿਜ਼ੀਬਿਲਿਟੀ ਹੈ ਬਣੀ ਹੈ ਫਾਰਮ ਦੀ, ਇਹ ਸਿਰਫ ਗੋਟ ਫਾਰਮ ਹੀ, ਇਹਦੇ ਵਿੱਚ ਕੋਈ ਮੱਝ ਵੀ ਨਹੀਂ ਆ ਸਕਦੀ, ਕੁਕੜੀ ਵੀ ਨਹੀਂ ਆ ਸਕਦੀ। ਅਤੇ ਨੈਕਸਟ ਟਾਈਮ ਇਨਸ਼ਾਅੱਲਾ ਅਸੀਂ ਇਹਦੇ ਵਿੱਚ 2022 ਦੀ ਕੁਰਬਾਨੀ ਵਾਸਤੇ 1500 ਜਾਨਵਰ ਅਸੀਂ ਸੇਲ ਆਊਟ ਇਨਸ਼ਾਅੱਲਾ ਕਰਾਂਗੇ। ਠੀਕ ਹੈ। ਅਤੇ ਡਾਕਟਰ ਹਰ ਹਫ਼ਤੇ ਆਉਂਦਾ ਵੇ, ਉਸ ਤੋਂ ਇਲਾਵਾ ਸਫਾਈ ਦੇ ਹਵਾਲੇ ਨਾਲ ਤੁਹਾਡਾ ਕੀ ਪਲਾਨ ਹੈਗਾ ਵੇ? ਕਿਸ ਤਰ੍ਹਾਂ ਤੁਸੀਂ ਜਾਨਵਰ ਨੂੰ ਨਹਿਲਾਉਂਦੇ ਜੇ ਜਾਂ ਕੀ ਕਰਦੇ ਉਹਦੇ ਬਾਰੇ 'ਚ? ਸਰ ਅਸੀਂ ਸਾਡੇ ਕੋਲ ਜਿੰਨੇ ਵੀ ਬੱਕਰੇ ਖੜ੍ਹੇ ਹੈਗੇ ਨੇ, ਅਸੀਂ 11 ਮਹੀਨੇ ਹੋਏ ਨੇ ਇਹਨਾਂ ਨੂੰ ਲਿਆ ਨੂੰ, ਅਸੀਂ ਇੱਕ ਦਫਾ ਵੀ ਇਹਨਾਂ ਨੂੰ ਨਹੀਂ ਨਵਾਇਆ। ਇਹਨਾਂ ਦੀ ਜਿਹੜੀ ਸ਼ਾਈਨਿੰਗ ਆ ਰਹੀ ਹੈ, ਕਿਉਂਕਿ ਇਹ ਜਿਹੜੇ ਹੁਣ ਕੋਈ ਜੱਟ ਜ਼ਿਮੀਂਦਾਰ ਨੇ ਉਹ ਸਮਝਦੇ ਨੇ ਜਾਂ ਜਿਹੜੇ ਵਪਾਰੀ ਨੇ ਉਹ ਸਮਝਦੇ ਨੇ, ਅਸੀਂ ਗਰੰਟਿਡ ਇਹ ਗੱਲ ਕਹਿੰਦੇ ਹਾਂ, ਮੇਰੇ ਮੁਲਾਜ਼ਮ ਵੀ ਇਹ ਗੱਲ ਕਹਿਣਗੇ ਕਿ ਅਸੀਂ 11 ਮਹੀਨੇ ਤੋਂ ਅਸੀਂ ਇਹਨਾਂ ਨੂੰ ਨਵਾਇਆ ਨਹੀਂ। ਇਹ ਜਿਹੜੀ ਇਹਨਾਂ ਦੀ ਸ਼ਾਈਨਿੰਗ ਹੈਗੀ ਹੈ ਨਾ, ਇਹਨਾਂ ਦੀ ਆਪਣੀ ਇੱਕ ਅੰਦਰ ਸ਼ਾਈਨਿੰਗ ਹੈਗੀ ਹੈ, ਕਿਉਂਕਿ ਇਹਨਾਂ ਨੂੰ ਖੁਰਾਕ ਅੱਛੀ ਮਿਲਦੀ ਪਈ ਹੈ, ਥੱਲੇ ਇਹਨਾਂ ਦੀ ਡੇਲੀ ਬੇਸਿਸ ਦੇ ਉੱਤੇ ਸਫਾਈ ਹੁੰਦੀ ਹੈ। ਇਹਨਾਂ ਦਾ ਪਾਣੀ ਦਾ TDS ਡੇਲੀ ਬੇਸਿਸ ਦੇ ਉੱਤੇ ਪਾਣੀ ਦਾ TDS ਇਹਨਾਂ ਦਾ ਚੈੱਕ ਕਰੀਦਾ। ਜਿਹੜੇ ਅਸੀਂ ਇਹਨਾਂ ਦੀ ਪਾਣੀ ਵਾਲੀ ਖੁਰਲੀਆਂ ਨੇ ਉਹ ਵੀ ਡੇਲੀ ਸਰਫ ਦੇ ਨਾਲ ਬੁਰਸ਼ ਦੇ ਨਾਲ ਧੋਂਦੇ ਨੇ, ਉਹ ਡੇਲੀ ਥੱਲੇ ਸਫਾਈ ਹੁੰਦੀ, ਥੱਲੇ ਟੋਟਲੀ ਪੱਕਾ ਹੈਗਾ। ਇਸ ਵਾਸਤੇ ਸਾਡੇ ਜਾਨਵਰ ਮਾਸ਼ਾਅੱਲਾ ਬਹੁਤ ਅੱਛੇ ਨੇ, ਸਫਾਈ ਵੀ ਡੇਲੀ ਬੇਸਿਸ ਦੇ ਉੱਤੇ ਹੁੰਦੀ ਹੈ, ਔਰ ਅਸੀਂ ਮਿਨਰਲ ਵੀ ਅਸੀਂ ਇਹਨਾਂ ਨੂੰ ਵਿੱਚ ਐਡ ਕਰਨੇ ਪਏ। ਸੋਰੀ ਮੈਨੂੰ ਦੱਸਣ ਦਾ ਯਾਦ ਨਹੀਂ ਰਿਹਾ, ਅਸੀਂ ਇਹ ਗੌਰਮੈਂਟ ਕੋਲ ਲੈ ਰਹੇ ਹਾਂ, ਮਹਿਕਮਾ ਲਾਈਫ ਸਟਾਫ ਵਾਲੇ ਸਾਂਗਲੇ ਡਾਕਟਰ ਨਾਦਰ ਸਾਹਿਬ ਨੇ,
ਉਹ ਸਾਡੇ ਨਾਲ ਬੜਾ ਅੱਛਾ ਰਿਸਪੌਂਸ ਕਰਦੇ ਪਏ, ਅਸੀਂ ਉਹਨਾਂ ਕੋਲ ਲੈ ਰਹੇ ਹਾਂ। ਉਹ ਜਿਹੜੇ ਸਾਡੇ ਡਾਕਟਰ ਸਾਹਿਬ ਨੇ ਉਹ ਉਹਨਾਂ ਨੂੰ ਜਦੋਂ ਸਾਨੂੰ ਜ਼ਰੂਰਤ ਪੈਂਦੀ ਹੈ ਫੋਨ ਦੇ ਉੱਤੇ WhatsApp ਦੇ ਉੱਤੇ ਲੈ ਲਈਦਾ ਹੈ, ਨਹੀਂ ਤਾਂ ਹਰ 15 ਦਿਨ ਤੋਂ ਬਾਅਦ ਉਹਨਾਂ ਦਾ ਕੰਮ ਹੈਗਾ ਕਿ ਉਹਨਾਂ ਨੇ ਫਾਰਮ ਉੱਤੇ ਆ ਕੇ ਵਿਜ਼ਿਟ ਕਰਨਾ ਹੀ ਕਰਨਾ ਹੈਗਾ। ਕਿਉਂਕਿ ਅੱਜ ਹਫਤਾ ਹੈਗਾ ਤੇ ਉਹਨਾਂ ਨੇ ਆਉਣਾ ਹੁੰਦਾ ਜੁਮੇ ਦੇ ਜੁਮੇ, ਅਗਲੇ ਜੁਮੇ ਉਹਨਾਂ ਨੇ ਆਉਣਾ ਹੁੰਦਾ ਹੈ। ਤੇ ਮਾਸ਼ਾਅੱਲਾ ਡਾਕਟਰ ਸਾਹਿਬ ਵੀ ਬੜੇ ਅੱਛੇ ਨੇ, ਬਹੁਤ ਅੱਛੇ ਨੇ। ਡੇਲੀ ਆਪਣਾ 15 ਦਿਨ ਤੋਂ ਬਾਅਦ ਲਾਹੌਰ ਤੋਂ ਉਹਨਾਂ ਨੇ ਇੱਥੇ ਸਿਰਫ ਸਾਡਾ ਫਾਰਮ ਵਿਜ਼ਿਟ ਕਰਨ ਵਾਸਤੇ ਆਉਣਾ ਹੈਗਾ। ਜੀ ਜੀ ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਉਮੀਦ ਕਰਨਾ ਜੀ ਕਿ ਤੁਹਾਨੂੰ ਕਾਫੀ ਸਾਰੀ ਮਾਲੂਮਾਤ ਅੱਜ ਇਸ ਫਾਰਮ ਦੇ ਹਵਾਲੇ ਨਾਲ ਮਿਲੀਆਂ ਹੋਣਗੀਆਂ। ਅਗਰ ਤੁਸੀਂ ਕੁਰਬਾਨੀ ਵਾਸਤੇ ਬੱਕਰਾ ਲੈਣਾ ਚਾਹ ਰਹੇ ਜੇ ਤੇ ਲਾਜ਼ਮ ਵਿਜ਼ਿਟ ਕਰੋ। ਚਹੂਰ ਮੁਗਲਿਆਂ ਤੋਂ ਬਲੇਰ ਰੋਡ ਜਾਂਦਿਆਂ ਹੋਇਆ ਰਸਤੇ ਵਿੱਚ ਆਉਂਦਾ ਬੱਟੀ ਗੋਟ ਫਾਰਮ, ਉੱਥੇ ਵਿਜ਼ਿਟ ਕਰਕੇ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੋਵੇ, ਤੁਸੀਂ ਰਾਬਤਾ ਕਰ ਸਕਦੇ ਜੇ। ਆਪਣਾ ਬੱਕਰਾ ਛਤਰਾ ਅੱਜ ਹੀ ਬੁੱਕ ਕਰਾ ਲਵੋ ਤਾਂ ਕਿ ਈਦ ਦੇ ਮੌਕੇ ਦੇ ਉੱਤੇ ਤੁਹਾਨੂੰ ਭੱਜਣਾ ਨਾ ਪਵੇ। ਮਿਲਾਂਗੇ ਫਿਰ ਕਿਸੇ ਨਏ ਰੋਜ਼, ਤਬ ਤੱਕ ਮੈਨੂੰ ਤੋਂ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।